ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। 6 ਤਰੀਕ ਨੂੰ ਚੋਣਾਂ ਨੇ ਤਾਂ ਇਹਨਾਂ ਚੋਣਾਂ ਨੂੰ ਲੈ ਕੇ ਨਵਾਂ ਪ੍ਰਧਾਨ ਚੁਣਨ ਨੂੰ ਲੈ ਕੇ ਬਾਕੀ ਅਹੁਦੇ ਦਾ ਚੁਣਨ ਨੂੰ ਲੈ ਕੇ ਵਿਦਿਆਰਥੀ ਜਿਹੜੇ ਨੇ ਸਟੂਡੈਂਟ ਜਿਹੜੇ ਨੇ ਉਹ ਆਪਣੇ ਪੱਧਰ ਤੇ ਕੰਪੇਨ ਕਰ ਰਹੇ ਨੇ, ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ ਔਰ ਇੱਕ ਸਿਆਸਤ ਦੀ ਜਿਹੜੀ ਸ਼ੁਰੂਆਤ ਸਿਆਸਤ ਦਾ ਬੀ ਅਗਰ ਆਪਾਂ ਕਹੀਏ ਤਾਂ ਉਹ ਯੂਨੀਵਰਸਿਟੀ ਦੇ ਵਿੱਚੋਂ ਪੁੰਗਰਨਾ ਸ਼ੁਰੂ ਹੋ ਜਾਂਦਾ। ਤਾਂ ਸਾਡੇ ਨਾਲ ਕੁਝ ਸਟੂਡੈਂਟ ਮੌਜੂਦ ਨੇ ਜਿਹੜੇ ਇਹਨਾਂ ਚੋਣਾਂ ਦਾ ਵਿੱਚ ਕਿਸ ਤਰ੍ਹਾਂ ਕੰਪੇਨ ਹੋ ਰਹੀ ਹੈ, ਇਹਨਾਂ ਦੀ ਆਪਣੀ ਪਾਰਟੀ ਹੈ, ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ। ਤਾਂ ਵੀਰ ਪਹਿਲਾਂ ਤਾਂ ਇਹ ਕਿ ਜਿਹੜੀ ਮੇਨ ਸਟਰੀਮ ਪੋਲਿਟਿਕਸ ਕਰ ਲਓ ਨਾ, ਜਿਹੜਾ ਸਿਆਸਤ ਦਾ ਇਹ ਪਹਿਲਾ ਪੜਾਅ ਯੂਨੀਵਰਸਿਟੀ ਦੇ ਵਿੱਚ ਦੇਖਿਆ ਜਾਂਦਾ। ਅਨੇਕਾਂ ਲੀਡਰ ਜਿਹੜੇ ਨੇ ਉਹ ਯੂਨੀਵਰਸਿਟੀਆਂ ਦੇ ਵਿੱਚੋਂ ਨਿਕਲ ਕੇ ਬਣੇ ਨੇ। ਇੱਕ ਤਾਂ MLA ਥੋੜਾ ਟਾਈਮ ਪਿਛਲੀ ਵਾਰੀ ਸੀ, ਹੈ ਨਾ। ਕਿੰਨਾ ਕੁ ਫਰਕ ਦੇਖਦੇ ਹੋ ਯੂਨੀਵਰਸਿਟੀ ਦੀ ਸਿਆਸਤ ਔਰ ਇਸ ਤੋਂ ਬਾਅਦ ਜਿਹੜੀ ਸਿਆਸਤ ਵੱਡੇ ਵਿਵਾਦਾਂ 'ਚ ਜਾ ਕੇ ਨਿਬੜਦੀ ਹੈ, ਉਹ ਦੋਨਾਂ ਦਾ ਫਰਕ ਕਿਵੇਂ ਦੇਖਦੇ ਹੋ? देखिए सर, चाहे अगर मैं यूनिवर्सिटी लेवल पे बात करूं या यूनिवर्सिटी के बाहर की बात करूं, यूनिवर्सिटी या स्टूडेंट पॉलिटिक्स मुझे लगता है कि पहला पड़ाव है बाहर की पॉलिटिक्स का। आप यूनिवर्सिटी में जिस टाइम आप छात्र राजनीति में रहते हो, आप छात्रों के मुद्दों को उठाते हो, आप उनके जो भी प्रॉब्लम्स हैं उनको सॉल्व करने की बात करते हो, आप उनके बीच में रहते हो, उनको क्या क्या समस्याएं आ रही हैं उस यूनिवर्सिटी में, जिस भी तरीके से आप सॉल्व करते हो आपको ये चीज़ लगती है, आपको उनके प्रॉब्लम्स को समझ में आता है। और इसी तरीके से आने वाले समय में जिस टाइम आप स्टूडेंट पॉलिटिक्स को छोड़कर बाहर भी पॉलिटिक्स करते हो तो आपको पता होता है कि ग्राउंड पे लोगों से किस तरह से जुड़ना है, ग्राउंड पे किस तरीके से काम करना है। तो कोई बहुत ज़्यादा डिफरेंस नहीं है, रिलेटेड है एक दूसरे से। बट हाँ, ये चीज़ है कि स्टूडेंट पॉलिटिक्स एक्चुअल में सिर्फ स्टूडेंट्स की रहनी चाहिए। स्टूडेंट पॉलिटिक्स के अंदर जो पॉलिटिकल प्रेशर और पॉलिटिकल पावर का यूज़ होना चाहिए वैसा कुछ भी नहीं होना चाहिए। वो इन्फ्लुएंस, अनड्यू इन्फ्लुएंस है स्टूडेंट पॉलिटिक्स में, क्योंकि स्टूडेंट पॉलिटिक्स में छात्रों के मुद्दों के ऊपर बात होनी चाहिए। छात्र ਉਹਦੇ ਨਾਲ ਸਿਆਸਤ ਜਿਹੜੀ ਉਹ ਕਿਸੇ ਦਾ ਦਖਲ ਦੇ ਦਿੰਦੀ ਹੈ। ਅੱਛਾ, ਕਿਵੇਂ ਸਮਝਦੇ ਹੋ ਕਿ ਤੁਸੀਂ ਜਿਸ ਤਰ੍ਹਾਂ ਨੇ ਕਿਹਾ ਕਿ ਕਨੈਕਟਡ ਨੇ ਦੋਨੇ ਔਰ ਇਹ ਇੱਕ ਸ਼ੁਰੂਆਤ ਹੈ, ਤਾਂ ਕੀ ਜਦੋਂ ਤੁਸੀਂ ਯੂਨੀਵਰਸਿਟੀ ਸਿਆਸਤ ਦੇ ਵਿੱਚ ਐਂਟਰ ਕਰਦੇ ਹੋ ਤਾਂ ਟਾਰਗੇਟ ਸਿਰਫ ਯੂਨੀਵਰਸਿਟੀ ਹੈ ਜਾਂ ਟਾਰਗੇਟ ਇਹ ਹੈ ਕਿ ਇੱਥੋਂ ਇੱਕ ਸਿਆਸਤ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ? ਕਿਉਂਕਿ ਅਨੇਕਾਂ ਲੀਡਰ ਪਹਿਲਾਂ ਬਣ ਚੁੱਕੇ ਨੇ, ਤਾਂ ਜ਼ਹਿਨ ਦੇ ਵਿੱਚ ਰਸਤਾ ਉਹੀ ਨਜ਼ਰ ਆਉਂਦਾ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਸ਼ਾਇਦ ਇੱਥੇ ਤੱਕ ਹੀ ਸਿਮਟ ਕੇ ਰਹਿ ਜੂ? ਦੇਖੋ, ਪੰਜਾਬ ਯੂਨੀਵਰਸਿਟੀ ਜਿਹੜੀ ਆ ਉਹ ਬਹੁਤ ਰਿਨਾਊਂਡ ਯੂਨੀਵਰਸਿਟੀ ਆ। ਹੁਣ ਇਹਦੇ ਚੋਂ ਹੀ ਸਾਡੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ, ਚਾਹੇ ਅਸੀਂ ਪਿਛਲੀ ਟਰਮ ਦੀ ਅਗਰ ਗੱਲ ਕਰੀਏ ਤਾਂ ਉਦੋਂ ਸੁਸ਼ਮਾ ਸਵਰਾਜ ਜੀ ਜੋ ਕਿ ਫੋਰਨ ਅਫੇਅਰ ਮਿਨਿਸਟਰ ਰਹਿ ਚੁੱਕੇ ਆ, ਇਹ ਸਾਰੇ ਇੱਦਾਂ ਦੇ ਨਾਮ ਆ ਜਿਹੜੇ ਇੱਥੋਂ ਹੰਡ ਕੇ ਇੱਥੇ ਦੀ ਜਿਹੜੀ ਸਟੂਡੈਂਟ ਪੋਲਿਟਿਕਸ ਆ ਉਹਦੇ ਵਿੱਚ ਪੂਰੇ ਇਨਵੋਲਵ ਹੁੰਦੇ ਸੀ ਆਪਣੇ ਸਮੇਂ ਤੇ ਅੱਗੇ ਜਾ ਕੇ ਉਹਨਾਂ ਨੇ ਦੇਸ਼ ਦੇ ਲਈ ਕਿੰਨਾ ਵਧੀਆ ਕੰਮ ਕੀਤਾ ਹੈ ਇਹ ਸਾਨੂੰ ਸਾਰੇ ਨੂੰ ਅਸੀਂ ਜਾਣੀ ਜਾਣਾ। ਸੋ ਹੁਣ ਜਿਹੜੀ ਚੀਜ਼ ਚੇਂਜ ਚੱਲਦੀ ਆ ਰਹੀ ਹੈ, ਸੁਸ਼ਮਾ ਸਵਰਾਜ ਵਾਲਾ ਰਸਤਾ ਲੱਭ ਰਹੇ ਹੋ ਯਾਨੀ ਤੁਸੀਂ ਵੀ ਯੂਨੀਵਰਸਿਟੀ 'ਚੋਂ? ਨਹੀਂ, ਐਸ ਸੱਚ ਹਜੇ ਤਾਂ ਮੈਂ ਐਦਾਂ ਦਾ ਕੁਝ ਨਹੀਂ ਸੋਚਿਆ, ਪਰ ਇਹ ਹੈ ਕਿ ਅਸੀਂ ਕਿਉਂਕਿ ਸਟੂਡੈਂਟ ਆ ਤਾਂ ਸਾਰਾ ਦਿਨ ਅਸੀਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਰਹਿੰਦੇ। ਕਿੰਨੇ ਛੋਟੇ ਐਦਾਂ ਦੇ ਮੁੱਦੇ ਹੁੰਦੇ ਆ ਕਿ ਜਿਹੜੇ ਸਟੂਡੈਂਟਸ ਸਫਰ ਕਰੀ ਜਾ ਰਹੇ ਆ ਉਸ ਚੀਜ਼ ਲਈ, ਜੋ ਕਿ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਕਿੰਨੀ ਵੱਖ-ਵੱਖ ਜਿਹੜੀਆਂ ਆ ਸਟੇਟਸ ਤੋਂ ਵੀ ਆਉਂਦੇ ਆ ਸਟੂਡੈਂਟਸ ਇੱਥੇ ਪੜ੍ਹਨ। ਪਰ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਈ ਵਾਰ ਹੁਣ ਵੀ ਇਹਨਾਂ ਦਿਨਾਂ ਵਿੱਚ ਕਈ ਘਟਨਾਵਾਂ ਵਾਪਰੀਆਂ ਕਿ ਸਟੂਡੈਂਟ ਇਲੈਕਸ਼ਨ ਦੇ ਵਿੱਚ ਕਈ ਵਾਰ ਹਿੰਸਕ ਘਟਨਾਵਾਂ, ਆਪਸ ਦੇ ਵਿੱਚ ਝਗੜੇ, ਵਿਵਾਦ। ਨਹੀਂ ਲੱਗਦਾ ਕਿ ਸ਼ਾਇਦ ਥੋੜਾ ਸਿਧਾਂਤਕ ਤੌਰ ਤੇ ਜੇ ਅਸੀਂ ਟਰੈਕ ਸਾਡਾ ਚੇਂਜ ਹੋ ਰਿਹਾ ਤਾਂ ਉਹਦਾ ਵੀ ਪ੍ਰਭਾਵ ਸ਼ਾਇਦ, ਜੇ ਅਸੀਂ ਹੁਣੇ ਇਹ ਚੀਜ਼ਾਂ ਕਰ ਰਹੇ ਹਾਂ ਤਾਂ ਜਦੋਂ ਤੁਸੀਂ ਅੱਗੇ ਜਾ ਕੇ ਪੋਲਿਟਿਕਸ, ਵੱਡੀ ਪੋਲਿਟਿਕਸ ਦੇ ਵਿੱਚ ਚਲੇ ਗਏ ਤਾਂ ਉਹਦੇ ਤੇ ਕੀ ਇਫੈਕਟ ਹੋਏਗਾ? ਦੇਖੋ, ਜਦੋਂ ਸਟੂਡੈਂਟ ਦੀ ਲੜਾਈ ਆਪਸ ਚ ਸਟੂਡੈਂਟ 'ਚ ਹੀ ਆ ਤਾਂ ਉਹ ਆਪਸ ਉਹਨਾਂ ਦੇ ਨਜਿੱਠਣ ਦਾ ਜਿਹੜਾ ਤਰੀਕਾ ਹੈ ਉਹ ਡਿਫਰੈਂਟ ਹੁੰਦਾ ਹੈ। ਅੱਛਾ, ਵੈਸੇ ਆਪਸ 'ਚ ਹੁੰਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਬਾਹਰੋਂ ਹੋ ਜਾਂਦੀ ਹੈ? ਹੁਣ ਅੱਜ ਕੱਲ ਜੋ ਚੱਲ ਰਿਹਾ ਹੈ, ਕਿਉਂਕਿ ਬਾਹਰਲੇ ਇੰਨੇ ਜ਼ਿਆਦਾ ਇਨਵੋਲਵ ਹੋ ਚੁੱਕੇ ਆ ਬਾਕੀ ਆਰਗੇਨਾਈਜੇਸ਼ਨਸ ਦਾ, ਫੋਰ ਐਗਜ਼ਾਮਪਲ ਜਿਹੜੀ ਪਿਛਲੀ ਵਾਰ ਰਹਿ ਚੁੱਕੀ ਆ ਕਾਉਂਸਲ, ਉਹਨਾਂ ਦਾ ਡਾਇਰੈਕਟ ਪ੍ਰਭਾਵ ਇੰਨਾ ਜ਼ਿਆਦਾ ਪੰਜਾਬ ਸਰਕਾਰ ਦਾ ਪਿਆ ਹੋਇਆ ਹੈ ਉਹਦੇ 'ਚ ਕਿ ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਡਰ ਰਿਹਾ ਨਹੀਂ ਆ, ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਦੇ ਸਿਰ ਤੇ ਹੱਥ ਗਵਰਨਮੈਂਟ ਦਾ ਆ। ਸੋ ਇਸ ਵਾਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਪਣੇ ਸਟੂਡੈਂਟ ਕਾਉਂਸਲ ਦੀ, ਸਭ ਤੋਂ ਪਹਿਲਾਂ ਅਸੀਂ ਇਸੇ ਚੀਜ਼ ਦੇ ਖਿਲਾਫ ਰਹੇ ਹਾਂ ਕਿ ਜੇ ਸਟੂਡੈਂਟ ਕਾਉਂਸਲ ਦੇ ਇਲੈਕਸ਼ਨ ਆ ਤਾਂ ਇਹਦੇ 'ਚ ਸਟੂਡੈਂਟ ਦੀ ਇਨਵੋਲਵਮੈਂਟ ਹੀ ਚਾਹੀਦੀ, ਕਿਸੇ ਵੀ ਗਵਰਨਮੈਂਟ ਦੀ ਨਹੀਂ ਚਾਹੀਦੀ। ਅੱਛਾ, ਅਲੱਗ-ਅਲੱਗ ਤਰ੍ਹਾਂ ਦੀ ਰਣਨੀਤੀ ਹੁੰਦੀ ਹੈ। ਫਿਰ ਕਿਸ ਤਰ੍ਹਾਂ ਦੀ ਸਟੂਡੈਂਟ ਪੋਲਿਟਿਕਸ ਦੇ ਵਿੱਚ ਜਾਂ ਹੁਣ ਕੰਪੇਨ ਚੱਲ ਰਹੀ ਹੈ, ਕੰਪੇਨ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲਦੀਆਂ ਨੇ? ਕਿਸ ਤਰ੍ਹਾਂ ਦੀ ਕੰਪੇਨ, ਹਾਲਾਂਕਿ ਹੁਣ ਤਾਂ ਬਹੁਤ ਹੱਦ ਤੱਕ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਪਤਾ ਲੱਗਦਾ ਰਹਿੰਦਾ, ਪਰ ਕਿਸ ਤਰ੍ਹਾਂ ਦੀ स्ट्रेटजी रहती है कि ਤੁਹਾਡਾ ਅਸੀਂ टारगेट ये करना है, इस तरह की ਅਸੀਂ कंपेन रखनी है? आज के समय में सोशल मीडिया जो है वो कैंपेनिंग के लिए एक बहुत अच्छा प्लेटफॉर्म है और सोशल मीडिया पे जो आप पोस्ट डालते हैं वो लगभग सभी यूनिवर्सिटी में सर्कुलेट हो जाती है।
पर हम जो हैं वो क्लास टू क्लास एड्रेस कर रहे हैं, हॉस्टल में रूम टू रूम जाके उनको एड्रेस कर रहे हैं, अपने मैनिफेस्टो समझा रहे हैं और उन्हें अपने जो आगे हम काम करेंगे, जो हम अब तक कर चुके हैं, उनको सारी नॉलेज दे रहे हैं। और इससे काफ़ी बच्चे हमसे प्रभावित भी हुए हैं और इस बार हमें और ज़्यादा पिछली बार से ज़्यादा समर्थन दे रहे हैं। जो सारा ਜ਼ੋਰ ਲੱਗਦਾ ਹੈ ਕੀ ਦੇਖਦੇ ਹੋ ਕਿ ਸਟੂਡੈਂਟ ਸੋਚਦਾ ਕੀ ਹੈ? ਇਹ ਸਿਰਫ ਇੱਕ ਅਲੱਗ-ਅਲੱਗ ਪਾਰਟੀਆਂ ਦੇ ਨਾਲ ਕਿਉਂਕਿ ਪਰਿਵਾਰਕ ਤੌਰ ਤੇ ਵੀ ਜੁੜੇ ਹੁੰਦੇ ਆ, ਜਿਸ ਤਰ੍ਹਾਂ ਦੀ ਸਿਆਸਤ ਦੇਖਦੇ ਆ ਰਹੇ ਆ, ਉਹਦੇ ਤੋਂ ਹੀ ਪ੍ਰਭਾਵਿਤ ਹੁੰਦੇ ਆ ਸਟੂਡੈਂਟ, ਜਾਂ ਸਟੂਡੈਂਟ ਤੁਹਾਨੂੰ ਲੱਗਦਾ ਹੈ ਕਿ ਉਹ ਆਪਣੇ ਲੈਵਲ ਤੇ ਆਪਣੇ ਮੁੱਦਿਆਂ ਨੂੰ ਲੈ ਕੇ ਚੱਲਦੇ ਨੇ, ਜਾਂ ਫਿਰ ਉਹੀ ਹਾਲਾਤ ਜਿਹੜਾ ਕੁਝ ਬਾਹਰ ਦੇਖਦੇ ਆ ਕਿ ਸਾਡੇ ਤਾਂ ਦਾਦੇ ਪੜਦਾਦੇ ਇਸ ਪਾਰਟੀਆਂ ਜੁੜੇ ਸੀਗੇ ਜੀ, ਹਾਲਾਂਕਿ ਉਹ ਸੋਚ ਹੈ ਜਿਹੜੀ ਚੇਂਜ ਹੋ ਰਹੀ ਹੈ, ਪਰ ਯੂਨੀਵਰਸਿਟੀ ਦੇ ਵਿੱਚ ਕੀ ਉਹ ਸੋਚ ਹਾਵੀ ਹੈ ਜਾਂ ਇੱਥੇ ਸਿਰਫ ਨਿੱਜੀ ਚੀਜ਼ਾਂ ਨੂੰ ਲੈ ਕੇ ਜਾਂ ਇਸ਼ੂਜ਼ ਨੂੰ ਲੈ ਕੇ ਚੱਲਦਾ? ਮੈਨੂੰ ਲੱਗਦਾ ਹੈ ਪੀਸ ਯੂਨੀਵਰਸਿਟੀ ਵਿੱਚ ਹਰੇਕ ਤਰ੍ਹਾਂ ਦਾ ਬੱਚਾ ਪੜ੍ਹਦਾ, ਕਈ ਪਿੱਛੋਂ ਹੀ ਆਪਣੀ ਆਈਡੀਓਲੋਜੀ ਲੈ ਕੇ ਆਉਂਦੇ ਆ, ਜਾਂ ਕਈ ਇੱਥੇ ਭਾਈਚਾਰੇ ਵਿੱਚ ਜੁੜ ਕੇ, ਜਾਂ ਕਈ ਇੱਥੇ ਜਿਹੜੇ ਪਾਰਟੀਜ਼ ਵਰਕ ਕਰਦੀ ਆ ਉਹਨੂੰ ਦੇਖ ਕੇ ਉਹਦੇ ਇਨਫਲੂਐਂਸਰ ਨਾਲ ਜੁੜਦੀਆਂ। ਹਾਂ ਵੀ ਜਿਵੇਂ ਇਹ ਪਾਰਟੀ ਹੈ, ਕਈ ਕੁੜੀਆਂ ਹੁੰਦੀਆਂ, ਹਾਂ ਇਹ ਪਾਰਟੀਆਂ ਕੁੜੀਆਂ ਨੂੰ ਪ੍ਰਮੋਟ ਕਰਦੀਆਂ, ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੰਦੀਆਂ, ਠੀਕ ਹੈ, ਤਾਂ ਉਹ ਕੁੜੀਆਂ ਉਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਉਸ ਪਾਰਟੀ ਨਾਲ ਜੁੜਦੀਆਂ ਤੇ ਕੁੜੀਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਂਦਾ। ਤੁਸੀਂ ਬਾਕੀ ਆਰਗੇਨਾਈਜੇਸ਼ਨ ਵਿੱਚ ਦੇਖੋਗੇ ਤਾਂ ਕੁੜੀਆਂ ਦੀ ਪਾਰਟਿਸਿਪੇਸ਼ਨ ਬਹੁਤ ਘੱਟ ਹੈ। AVP ਵਿੱਚ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਜਿੱਥੇ ਕੁੜੀਆਂ ਅੱਗੇ ਵੱਧ ਚੜ ਕੇ ਆਉਂਦੀਆਂ ਤੇ ਬੋਲਦੀਆਂ ਵੀ ਨੇ ਤੇ ਕੰਮ ਵੀ ਕਰਦੀਆਂ ਨੇ। ਇਸ ਤੋਂ ਬਾਅਦ ਇਸ ਵਾਰ ਤਾਂ ਕੁੜੀਆਂ ਦੀ ਪਾਰਟਿਸਿਪੇਸ਼ਨ ਬਹੁਤ ਘੱਟ ਗਈ ਆ, ਕਿਉਂਕਿ ਬਾਕੀ ਆਰਗੇਨਾਈਜੇਸ਼ਨ ਕੀ ਕਰਦੀਆਂ, ਘਰੇ ਫੋਨ ਲਾ ਦਿੰਦੀਆਂ ਵੀ ਤੁਹਾਡੀ ਜੀ ਬੱਚੀ ਇਸ ਆਰਗੇਨਾਈਜੇਸ਼ਨ ਨਾਲ ਜੁੜੀ ਹੋਈ ਹੈ, ਫਲਾਣਾ ਫਲਾਣਾ ਇਹਦੇ ਨਾਲ ਘੁੰਮਦੀ ਉਹਦੇ ਨਾਲ ਘੁੰਮਦੀ ਹੈ, ਅਗਲੀ ਤਾਂ ਡਰ ਕੇ ਬੈਠੂਗੀ, ਕਿਉਂ ਪਾਰਟਿਸਿਪੇਟ ਕਰੂੰਗੀ। ਤੇ ਜਿਹੜਾ ਇਹ ਇਨਫਲੂਐਂਸ ਹੈ ਇਹ ਸਿਰਫ ਯੂਨੀਵਰਸਿਟੀ ਲੈਵਲ ਤੇ ਬੱਚੇ, ਇਹ ਵੀ ਇੱਕ ਸਟ੍ਰੈਟਜੀ ਹੋਗੀ, ਇਹ ਵੀ ਸਟ੍ਰੈਟਜੀ ਹੋਗੀ। ਪਰ ਕਿਵੇਂ ਦੇਖਦੇ ਹੋ ਕਿ ਹਾਲਾਂਕਿ ਤੁਸੀਂ ਬੇਸ਼ੱਕ ਇੱਕ ਪਾਰਟੀ ਨਾਲ ਜੁੜੇ ਹੋ, ਪਰ ਇਹ ਬੇਸ਼ੱਕ ਥੋੜੀ ਜਿਹੀ ਪੋਲੀਟੀਕਲ ਆਪਦੀ ਪਾਰਟੀ ਦੇ ਨਾਲ ਦੀ ਗੱਲ ਕਰਕੇ, ਬਟ ਮੈਂ ਇੱਕ ਆਮ ਸਟੂਡੈਂਟ ਤੌਰ ਤੇ ਵਿਊ ਸਮਝਣਾ ਚਾਹਣਾ, ਕਿਵੇਂ ਸਮਝਦੇ ਹੋ ਕਿ ਕਿਸ ਤਰ੍ਹਾਂ ਦੇ ਏਜੰਡੇ ਰਹਿਣੇ ਚਾਹੀਦੇ ਨੇ, ਕਿਸ ਤਰ੍ਹਾਂ ਦੀ ਸਿਚੁਏਸ਼ਨ ਰਹਿਣੀ ਚਾਹੀਦੀ ਹੈ, ਜਾਂ ਫਿਰ ਕੀ ਚਾਹੁੰਦੇ ਹੋ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬੇਸ਼ੱਕ ਕਿਸੇ ਇੱਕ ਨਾਲ ਜੁੜੇ ਹੋ, ਕੱਲ ਕਿਉਂਕਿ ਸਿਆਸਤ ਦੇ ਵਿੱਚ ਬਦਲਦੇ ਰਹਿੰਦੇ ਨੇ ਪਾਲੇ, ਅੱਜ ਕੱਲ ਤਾਂ ਆਮ ਗੱਲ ਹੋ ਗਈ ਹੈ, ਕਿਵੇਂ ਸਮਝਦੇ ਹੋ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ? ਸੋਚ ਸਾਡੀ ਤੁਹਾਨੂੰ ਲੱਗਦਾ ਹੈ ਕਿ ਇੱਥੋਂ ਸੋਚ ਇੱਕ ਅੱਛੀ ਸੋਚ ਨਿਕਲਣੀ ਚਾਹੀਦੀ ਆ, ਜਾਂ ਸਟੂਡੈਂਟਸ ਨੂੰ ਲੈ ਕੇ ਇਹਨਾਂ ਇਲੈਕਸ਼ਨਸ ਦੇ ਵਿੱਚ ਏਜੰਡਾ ਕੀ ਹੋਣਾ ਚਾਹੀਦਾ ਐਕਚੁਅਲ 'ਚ? ਜਿਹੜਾ ਐਕਚੁਅਲ 'ਚ ਇੱਥੇ ਦਾ ਏਜੰਡਾ ਹੋਣਾ ਚਾਹੀਦਾ, ਕਿਉਂਕਿ ਅਸੀਂ ਸਟੂਡੈਂਟ ਕਾਉਂਸਲ ਦੇ ਇਲੈਕਸ਼ਨਾਂ ਦੀ ਗੱਲ ਕਰਦੇ ਪਏ ਆ, ਸਾਡਾ ਜਿਹੜਾ ਦਾਇਰਾ ਆ ਉਹ ਪੰਜਾਬ ਯੂਨੀਵਰਸਿਟੀ ਆ। ਹੁਣ ਪੰਜਾਬ ਯੂਨੀਵਰਸਿਟੀ ਦੇ ਅੰਦਰ ਮਸਲੇ ਜਿਹੜੇ ਹੋਣੇ ਉਹ ਬਹੁਤ ਛੋਟੇ-ਛੋਟੇ ਹੋਣੇ, ਹੋਸਟਲ ਦੇ ਹੋ ਗਏ, ਜਾਂ ਕਿਸੇ ਨੂੰ ਹੋਰ ਕੋਈ ਦਿੱਕਤ ਆ ਰਹੀ ਆ, ਕਿਸੇ ਨੂੰ ਐਡਮਿਸ਼ਨ 'ਚ ਕੋਈ ਇਸ਼ੂ ਆ ਗਿਆ, ਸੋ ਇਹ ਬਹੁਤ ਛੋਟੇ-ਛੋਟੇ ਮਸਲੇ ਆ। ਪਲੱਸ ਇਹ ਤੋਂ ਬਾਅਦ ਹੀ ਇੱਥੋਂ ਹੀ ਨਿਕਲਣਾ ਅੱਗੇ ਜਾ ਕੇ ਜਿਨ੍ਹਾਂ ਨੇ MC MLA MP ਬਣਨਾ, ਇਹੀ ਗਰਾਊਂਡ ਇੱਕ ਮਿਲਦਾ। ਔਰ ਇਹ ਜਿਹੜਾ ਤੁਹਾਨੂੰ ਪਲੇਟਫਾਰਮ ਮਿਲਦਾ ਆ, ਇਹਦੇ 'ਚ ਤੁਸੀਂ ਸੈਲਫ ਗਰੂਮ ਹੋਣਾ ਆ, ਠੀਕ ਆ, ਤੁਹਾਨੂੰ ਬੋਲਣ ਦਾ ਪਤਾ ਲੱਗਦਾ ਕਿ ਤੁਸੀਂ ਕਿੱਦਾਂ ਬੋਲਣਾ, ਤੁਹਾਨੂੰ ਸਮਾਜ 'ਚ ਵਿਚਰਨ ਦਾ ਪਤਾ ਲੱਗਦਾ। ਜਿਹੜਾ ਤਾਂ ਇਸ ਪਲੇਟਫਾਰਮ ਦਾ ਵਧੀਆ ਇਸਤੇਮਾਲ ਕਰ ਲੂਗਾ, ਉਹ ਤਾਂ ਅੱਗੇ ਜਾ ਕੇ ਅਸੀਂ ਸਾਰੇ ਹੀ ਦੇਖਾਂਗੇ ਕਿ ਬਹੁਤ ਵਧੀਆ ਨੇਤਾ ਵੀ ਬਣ ਸਕਦਾ ਆ। ਬਾਕੀ ਉਹ ਜਿਹੜਾ ਪ੍ਰੋਫੈਸ਼ਨ ਚੂਜ਼ ਕਰੂਗਾ ਉਹਦੀ ਚੋਇਸ ਆ, ਪਰ ਅਦਰਵਾਈਜ਼ ਇਸ ਪਲੇਟਫਾਰਮ ਦਾ ਜਿਹੜਾ ਮੇਨ ਏਜੰਡਾ ਹੋਣਾ ਚਾਹੀਦਾ ਉਹ ਸਿਰਫ ਔਰ ਸਿਰਫ ਇਹ ਹੋਣਾ ਚਾਹੀਦਾ ਕਿ ਜੇ ਤੁਸੀਂ ਇੱਥੇ PU ਦੀ ਗੱਲ ਕੀਤੀ ਆ, PU ਤੁਹਾਡਾ ਦਾਇਰਾ ਸੀਗਾ, ਅੱਗੇ ਤੁਸੀਂ ਇੱਥੋਂ ਬਾਹਰ ਨਿਕਲਦੇ ਜਿੱਥੋਂ ਦੇ ਤੁਸੀਂ ਹੈਗੇ ਆ ਉਹ ਤੁਹਾਡਾ ਦਾਇਰਾ ਅਲਟੀਮੇਟਲੀ ਬਣ ਜਾਂਦਾ, ਫਿਰ ਜਿਹੜੀ ਤੁਸੀਂ ਸਟੇਟ ਤੋਂ ਆ ਤੁਹਾਡੀ ਸਟੇਟ ਦਾਇਰਾ ਬਣਦਾ, ਫਿਰ ਅਲਟੀਮੇਟਲੀ ਤੁਹਾਡਾ ਦੇਸ਼ ਬਣਦਾ। ਤਾਂ ਵਿਦਿਆਰਥੀ ਚੋਣਾਂ ਦੇ ਵਿੱਚ ਅਲੱਗ-ਅਲੱਗ ਮੁੱਦੇ ਨੇ, ਬੇਸ਼ੱਕ ਇਹ ਚੋਣਾਂ ਯੂਨੀਵਰਸਿਟੀ ਤੱਕ ਸੀਮਿਤ ਨੇ, ਪਰ ਇੱਥੇ ਚੋਣ ਮੈਦਾਨ 'ਚ ਨਿੱਤਰਨ ਵਾਲੇ ਇਹ ਨੌਜਵਾਨ ਆਪਣਾ ਭਵਿੱਖ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਦੇਖਦੇ ਨੇ। ਇਹਨਾਂ ਨੂੰ ਲੱਗਦਾ ਕਿ ਇੱਥੋਂ ਇਸ ਤੋਂ ਪਹਿਲਾਂ ਕਈ MLA ਨਿਕਲੇ ਨੇ, ਇੱਥੋਂ ਕਈ MP ਨਿਕਲੇ ਨੇ, ਪ੍ਰਧਾਨ ਮੰਤਰੀ ਤੱਕ ਦਾ ਸਫ਼ਰ ਜਿਹੜਾ ਹੈਗਾ ਇੱਥੋਂ ਨਿਸ਼ਾਨਾ ਨਜ਼ਰ ਆਉਂਦਾ ਇਹਨਾਂ ਨੌਜਵਾਨਾਂ ਨੂੰ, ਇਹਨਾਂ ਵਿਦਿਆਰਥੀਆਂ ਨੂੰ। ਪਰ ਹਾਲਾਤ ਤੇ ਦਿਸ਼ਾ ਤੇ ਦਸ਼ਾ ਤੇ ਤੁਹਾਡੀ ਸੋਚ, ਇਹ ਸਭ ਕੁਝ ਤੁਸੀਂ ਤੈਅ ਕਰਨਾ, ਕਿਉਂਕਿ ਇਹਨਾਂ ਯੂਨੀਵਰਸਿਟੀ ਦੇ ਵਿੱਚੋਂ, ਇਹਨਾਂ ਚੋਣਾਂ ਦੇ ਵਿੱਚੋਂ ਜਿੱਥੇ ਵੱਡੇ ਵੱਡੇ ਲੀਡਰ ਨਿਕਲੇ, ਵੱਡੇ ਵੱਡੇ ਅਫਸਰ ਨਿਕਲੇ, ਉੱਥੇ ਹੀ ਕਈ ਗੈਂਗਸਟਰ ਦੇ ਚਿਹਰੇ ਵੀ ਜਿਹੜੇ ਆ ਇਹਨਾਂ ਯੂਨੀਵਰਸਿਟੀਆਂ ਦੇ ਵਿੱਚੋਂ ਨਿਕਲੇ, ਜਿਨ੍ਹਾਂ ਨੂੰ ਲੈ ਕੇ ਅਨੇਕਾਂ ਵਾਰ ਸ਼ੰਕੇ, ਅਨੇਕਾਂ ਵਾਰ ਚਿੰਤਾਵਾਂ ਵਧਦੀਆਂ ਨਜ਼ਰ ਆਈਆਂ ਨੇ। ਤਾਸ ਕਰਦੇ ਆ ਇਹਨਾਂ ਯੂਨੀਵਰਸਿਟੀ ਚੋਣਾਂ ਦੇ ਵਿੱਚੋਂ ਅੱਛੇ ਲੀਡਰ ਸਮਾਜ ਦੇ ਲਈ ਇੱਕ ਅੱਛੀ ਸੋਚ ਲੈ ਕੇ ਨਿਕਲ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।